ਹਾਂਜੀ ਪੁੱਤਰ, ਅੱਗੇ ਕੰਟੀਨਿਊ ਕਰਦੇ ਹਾਂ। ਅੱਜ ਆਪਾਂ ਬੜਾ ਇੰਪੋਰਟੈਂਟ ਪਾਰਟ ਕਵਰ ਕਰਨਾ ਹੈ, 'ਚ ਆਪਾਂ ਐਲਿਪਸ ਦਾ ਟੈਂਜੈਂਟ ਤੇ ਨੋਰਮਲ ਉਹਦੇ ਬਾਰੇ ਸਿੱਖਾਂਗੇ, ਉਹਦੇ ਰਿਲੇਟਡ ਪ੍ਰੋਬਲਮਸ ਟਰਾਈ ਕਰਾਂਗੇ। ਠੀਕ ਹੈ, ਸੋ ਲੈਟ ਅਸ ਬਿਗਿਨ। ਥਿਊਰੀ ਸ਼ੁਰੂ ਕਰਦੇ ਹਾਂ ਤੇ ਪੁਆਇੰਟ ਵਾਈਜ਼ ਤੁਸੀਂ ਲਿਖੀ ਜਾਓ। ਪਹਿਲਾ ਪੁਆਇੰਟ ਹੈ ਕਿ ਐਨੀ ਵੇਰੀਏਬਲ ਪੁਆਇੰਟ ਔਨ ਦ ਐਲਿਪਸ x square by a square, ਠੀਕ ਹੈ, ਕੋਈ ਵੀ ਵੇਰੀਏਬਲ ਪੁਆਇੰਟ ਲੈਣਾ ਹੈ ਨਾ। ਲੈਣ ਨੂੰ ਤੇ ਆਪਾਂ x1 y1 ਵੀ ਲੈ ਸਕਦੇ ਹਾਂ, ਬਟ ਆਪਾਂ ਪੈਰਾਮੀਟਰ ਜਾਂ ਕਿਸੇ ਵੇਰੀਏਬਲ ਦੀ ਟਰਮ 'ਚ ਲੈਣਾ ਹੈ। ਲੈਟ ਅਸ ਟੇਕ ਐਨੀ ਪੁਆਇੰਟ ਔਨ ਦੈਟ ਐਲਿਪਸ ਐਜ਼ a cos ਥੀਟਾ ਕਮਾ b sin ਥੀਟਾ। ਠੀਕ ਹੈ, ਇਹ ਯਾਦ ਹੋਣਾ ਚਾਹੀਦਾ ਕਿ ਕੋਈ ਵੀ ਪੁਆਇੰਟ ਇਹਦੇ ਉੱਪਰ ਅਗਰ ਵੇਰੀਏਬਲ ਲੈਣਾ ਤੇ ਵੀ ਕੈਨ ਟੇਕ ਇਟ ਐਜ਼ a cos ਥੀਟਾ ਐਂਡ b sin ਥੀਟਾ ਵਿਦ ਥੀਟਾ ਇਜ਼ ਅ ਵੇਰੀਏਬਲ। ਠੀਕ ਹੈ, ਵੇਰੀਏਬਲ ਕਹਿ ਲਓ, ਪੈਰਾਮੀਟਰ ਕਹਿ ਲਓ। ਥੀਟਾ ਨੂੰ ਆਪਾਂ ਅਗਰ ਚੇਂਜ ਕਰਾਂਗੇ, ਮੈਂ ਥੀਟਾ ਦੀਆਂ ਅਲੱਗ-ਅਲੱਗ ਵੈਲਿਊਜ਼ ਲਵਾਂਗੇ ਤੇ ਇਹ ਪੁਆਇੰਟ ਹਮੇਸ਼ਾ ਇਸ ਐਲਿਪਸ ਦੇ ਉੱਪਰ ਹੀ ਮੂਵ ਕਰੇਗਾ। ਠੀਕ ਹੈ, ਯੂ ਕੈਨ ਸੀ ਕਿ ਇਹ ਪੁਆਇੰਟ ਇਹਦੀ ਇਕੁਏਸ਼ਨ ਨੂੰ ਸੈਟੀਸਫਾਈ ਕਰਦਾ। ਇੱਥੇ ਐਕਸ ਪੁੱਟ ਕਰੋ a cos ਥੀਟਾ ਹੈ ਨਾ, a cos ਥੀਟਾ ਸਕੁਆਇਰ ਐਂਡ y is b sin ਥੀਟਾ। ਯੂ ਵਿਲ ਸੀ ਕਿ 1 ਆ ਜਾਏਗਾ, ਇੱਥੇ ਆ ਜਾਏਗਾ ਨਾ a ਸਕੁਆਇਰ cos ਸਕੁਆਇਰ ਥੀਟਾ ਬਾਈ a ਸਕੁਆਇਰ, ਆ ਕੱਟਿਆ ਗਿਆ। ਇੱਦਾਂ ਇੱਥੋਂ b ਸਕੁਆਇਰ ਕੱਟਿਆ ਜਾਊਗਾ, sin ਸਕੁਆਇਰ ਥੀਟਾ ਪਲੱਸ cos ਸਕੁਆਇਰ ਥੀਟਾ ਇਕੁਅਲ ਟੂ 1। ਸੋ ਇਹਦਾ ਮਤਲਬ ਫॉर ਐਵਰੀ ਵੈਲਿਊ ਆਫ ਥੀਟਾ ਇਹ ਪੁਆਇੰਟ ਹਮੇਸ਼ਾ ਐਲਿਪਸ ਦੀ ਇਕੁਏਸ਼ਨ ਨੂੰ ਸੈਟੀਸਫਾਈ ਕਰ ਰਿਹਾ, ਮਤਲਬ ਐਲਿਪਸ ਦੀ ਉੱਪਰ ਹੀ ਲਾਈ ਕਰੇਗਾ। ਠੀਕ ਹੈ, ਵੇਟ ਥੀਟਾ ਜਿਹੜਾ ਆ that lies 0 to 2π, ਮਤਲਬ ਥੀਟਾ ਜਦ 0 ਹੋਊਗਾ ਬੇਸਿਕਲੀ ਤੇ ਕੀ ਹੋਊਗਾ ਕਿ ਆਹ ਜਿਹੜਾ ਪੁਆਇੰਟ ਇੱਥੇ ਆਊਗਾ ਰਾਈਟ ਦੇयर। ਥੀਟਾ 0 ਪੁੱਟ ਕਰੋ, ਹਾਂਜੀ, cos 0 1, ਆ 1 ਆ ਗਿਆ a, sin 0 0 0 ਹੋ ਗਿਆ। ਥੀਟਾ ਵਧਾਇਆ ਤੁਸੀਂ, ਪੁਆਇੰਟ ਮੂਵ ਕਰਿਆ ਹੈ ਨਾ, ਤੇ 90 ਤੇ ਇੱਥੇ ਆ ਜਾਣਾ, ਤੋ ਇੱਥੇ 90 ਪੁੱਟ ਕਰੋ ਥੀਟਾ, cos 90 0, sin 91 0 ਕਮਾ b। ਤੋ 0 ਤੋਂ ਲੈ ਕੇ ਇਹਦਾ ਘੁੰਮਦਾ ਘੁੰਮਦਾ ਸਾਰਾ 360 ਤੱਕ 2π ਤੇ ਸੇਮ ਪੁਆਇੰਟ ਹੀ ਆ ਜਾਏਗਾ। ਇਸ ਕਰਕੇ ਇੱਥੇ ਇਕੁਐਲਿਟੀ ਇੱਥੇ ਨਹੀਂ ਲਾਈ, ਇੱਥੇ ਲਾਤੀ। ਠੀਕ ਹੈ, ਤੋ 0 ਤੋਂ ਲੈ ਕੇ 2π ਤੱਕ ਤੁਸੀਂ ਕੋਈ ਐਂਗਲ ਲਓਗੇ ਤੇ ਇਹ ਸਾਰੇ ਦੇ ਸਾਰੇ ਪੁਆਇੰਟ ਐਲਿਪਸ ਤੇ ਕਵਰ ਕਰ ਲਏਗਾ। ਔਰ ਕੋਈ ਅਗਰ ਇੱਕ ਪੁਆਇੰਟ ਹੈ ਤੇ ਉਹਦੇ ਲਈ ਯੂਨੀਕ ਇੱਕ ਵੈਲਿਊ ਹੋਗੀ ਥੀਟਾ ਦੀ 0 ਤੋਂ 2π ਦੇ ਵਿੱਚ। ਠੀਕ ਹੈ, ਮਤਲਬ 0 ਤੋਂ 90 ਦੇ ਵਿੱਚ ਇੱਥੇ ਆ ਜਾਏਗਾ, 90 to π ਤੱਕ ਇੱਥੇ, ਇੱਦਾਂ ਹੀ ਸੋ ਔਨ ਚੱਲਦੇ ਰਹੋਗੇ, ਸਾਰਾ 0 ਤੋਂ ਲੈ ਕੇ 2π ਤੱਕ ਤੁਹਾਡੇ ਕੋਲ ਸਾਰੇ ਪੁਆਇੰਟ ਐਲਿਪਸ ਤੇ ਕਵਰ ਹੋ ਜਾਣੇ। ਤੋਂ ਅੱਗੇ ਤੋਂ ਜਦ ਵੀ ਉਹ ਕਵੇ there is any point on the ellipse ਹੈ ਨਾ, any variable point on the ellipse, you can take a cos ਥੀਟਾ ਤੇ b sin ਥੀਟਾ। ਔਰ ਥੀਟਾ ਵੇਰੀਏਬਲ ਆ, ਥੀਟਾ ਦਾ ਨਾਮ ਹੁੰਦਾ ਇਸੈਂਟਰਿਕ ਐਂਗਲ, ਵੇਰ ਥੀਟਾ ਇਜ਼ ਕਾਲਡ ਇਸੈਂਟਰਿਕ ਐਂਗਲ। ਠੀਕ ਹੈ, ਥੀਟਾ ਨੂੰ ਆਪਾਂ ਕੀ ਕਹਿੰਦੇ ਪੁੱਤਰ, ਇਸੈਂਟਰਿਕ ਐਂਗਲ ਕਹਿੰਦੇ ਆ। ਤੋ ਇਹ ਚੀਜ਼ ਹੋ ਗਈ ਕਿ ਅੱਗੇ ਤੋਂ ਇਹ ਚੀਜ਼ ਯਾਦ ਰੱਖਣੀ ਹੈ ਕਿ ਕਦੇ ਵੀ ਕੋਈ ਵੇਰੀਏਬਲ ਪੁਆਇੰਟ ਲੈਣਾ ਤੋ ਵਿਲ ਟੇਕ ਇਨ ਟਰਮਸ ਆਫ ਥੀਟਾ, ਰਾਈਟ। ਲੈਣ ਨੂੰ ਤੇ ਆਪਾਂ x1, y1 ਵੀ ਲੈ ਸਕਦੇ ਹਾਂ ਨਾ ਪੁੱਤਰ, ਬਟ ਉਹ ਫਿਰ ਪੁਆਇੰਟ ਇੱਥੇ ਲਵਾਂਗੇ, ਸੈਟੀਸਫਾਈ ਕਰਾਵਾਂਗੇ, y ਦੀ ਵੈਲਿਊ ਕੱਢਾਂਗੇ x ਦੀ ਟਰਮ 'ਚ, ਤਾਂ ਉਹ ਖਲਾਰਾ ਘਟਾਉਣ ਵਾਸਤੇ ਵੀ ਕੈਨ ਟੇਕ ਲਾਈਕ ਦਿਸ। ਤੋ ਇਹ ਤਾਂ ਇੱਕ ਹੋ ਗਿਆ। ਹੁਣ ਇਹ a cos ਥੀਟਾ b sin ਥੀਟਾ ਆਇਆ ਕਿੱਥੋਂ ਹੈ, ਉਹ ਦੂਜੇ ਪੁਆਇੰਟ ਤੋਂ ਆ ਜਾਏਗਾ। ਉਹ ਨਾਲ ਤੁਸੀਂ ਹੈਡਿੰਗ ਲਿਖ ਲਓ ਇਹਦਾ, auxiliary circle, auxiliary circle। auxiliary circle ਹੁੰਦਾ, ਮੈਂ ਬੋਲ ਰਿਹਾ, ਡੈਫੀਨੇਸ਼ਨ ਲਿਖ ਲਓ, it is a circle with major axis of the ellipse as the diameter। ਠੀਕ ਹੈ, ਕਿਸੇ ਵੀ ਐਲਿਪਸ ਦੇ ਮੇਜਰ ਐਕਸਿਸ ਨੂੰ ਡਾਇਆਮੀਟਰ ਬਣਾ ਕੇ ਅਗਰ ਆਪਾਂ ਇੱਕ ਸਰਕਲ ਡਰਾ ਕਰੀਏ, ਸੋ ਆ ਤੁਹਾਡਾ ਐਲਿਪਸ ਹੈ, ਲੈਟਸ ਸੇ a greater than b ਵਾਲਾ ਲੈ ਲਿਆ ਮੈਂ। ਠੀਕ ਹੈ, ਦਿਸ ਇਜ਼ a, 0। ਤੋ ਇਹਦਾ ਮੇਜਰ ਐਕਸਿਸ ਆ ਵਾਲਾ ਬੇਟੇ। ਠੀਕ ਹੈ, ਤੋ ਇਸ ਮੇਜਰ ਐਕਸਿਸ ਨੂੰ ਐਜ਼ ਏ ਡਾਇਆਮੀਟਰ ਬਣਾ ਕੇ ਅਗਰ ਮੈਂ ਇੱਕ ਸਰਕਲ ਡਰਾ ਕਰਾਂ, ਲੈਟ ਮੀ ਡਰਾ ਵਿਦ ਦਿਸ ਐਜ਼ ਅ ਡਾਇਆਮੀਟਰ, ਜਿਹੜਾ ਮੇਜਰ ਐਕਸਿਸ ਆ ਵਾਲਾ, ਤਾਂ ਅਗਰ ਮੈਂ ਸਰਕਲ ਡਰਾ ਕਰਾਂ ਤਾਂ ਇਹੋ ਜਿਹਾ ਕੁਝ ਬਣੂਗਾ। ਠੀਕ ਹੈ, ਤੋ ਇਹ ਇਸ ਐਲਿਪਸ ਦਾ auxiliary ਸਰਕਲ ਹੈ। ਸੋ auxiliary ਸਰਕਲ ਦੀ ਜਨਰਲ ਡੈਫੀਨੇਸ਼ਨ ਕੀ ਹੈ ਕਿ ਕਿਸੇ ਵੀ ਐਲਿਪਸ ਦੇ ਮੇਜਰ ਐਕਸਿਸ ਨੂੰ
ਐਜ਼ ਏ ਡਾਇਮੀਟਰ ਬਣਾ ਕੇ ਜਿਹੜਾ ਸਰਕਲ ਬਣਦਾ ਹੈ that is called ਹਾਂਜੀ auxiliary circle of that ellipse। ਸੋ ਅਗਰ ਆਪਾਂ ellipse ਆਹ ਵਾਲਾ ਲਿਆ ਹੈ x square by a square plus y square by b square equal to 1, ਕਲੀਅਰਲੀ ਮੈਂ a b ਤੋਂ ਵੱਡਾ ਲਿਆ ਤੇ ਐਜ਼ ਅ ਡਾਇਮੀਟਰ ਆਹ ਜਿਹੜਾ ਸਰਕਲ ਬਣਾਇਆ that is its auxiliary circle। तो ਇਹਦਾ ਸੈਂਟਰ ਕਿੰਨਾ 0 0, ਰੇਡੀਅਸ ਕਿੰਨਾ ਪੁੱਤਰ a, तो ਇਹਦੇ auxiliary circle ਦੀ ਇਕੁਏਸ਼ਨ ਕੀ ਹੋਗੀ x square plus y square equal to a square। ठीक है, और ये भी याद होवे, जनरल डेफिनेशन भी याद हो गई और ये भी ਤੁਹਾਨੂੰ याद हो गया कि ए ਦਾ auxiliary circle है। और अगर बी ए तो ਵੱਡਾ ਹੋਊਗਾ ਮੰਨ ਲਓ, तो बी ए तो ਵੱਡਾ ਹੋਊਗਾ ਤੇ ਇਲਿਪਸ ਬਣਨਾ ਆ ਤੇ ਮੇਜਰ ਬਣ ਜਾਣਾ ਆ ਵਾਲਾ ਤੇ ਉਹਦਾ auxiliary circle ਆ ਹੋਏਗਾ, ਉਹ 'ਚ ਕੀ ਆ ਜਾਏਗਾ x square plus y square equal to b square। ठीक है, सो अगर ए बी तो ਵੱਡਾ है तो दिस इज द auxiliary circle और अगर बी ए तो ਵੱਡਾ है तो that one। ठीक है, फिर ए की जगह बी आ जाएगा। नाउ important चीज, any point on this circle x square plus y square equal to a square, अगर ਤੁਹਾਨੂੰ याद ਹੋਵੇ ਤੇ ਆਪਾਂ ਕੀ ਕਰਦੇ ਸੀ ਕਿ ਆ ਅਗਰ ਐਂਗਲ ਥੀਟਾ ਮੰਨ ਲਓ ਆ ਵਾਲਾ, ਠੀਕ ਹੈ, और रेडियस क्लियरली a लिया ਆਪਾਂ, तो any point on the circle would be a cos theta and a sin theta। आई गेस इस ते हम ही भर दियो। ठीक है, एवं ले लो, चलो ਇਹਨੂੰ परपेंडिकुलर ड्रॉप कर दो। अगर आ a है, अगर आ एंगल थीटा है तो दिस वुड बी a cos थीटा और दिस वुड बी a sin थीटा। ठीक है, तो आ वाला पॉइंट आ गया क्लियर। नाउ जिदा मैं आ नीचे परपेंडिकुलर ड्रॉप किया आ वाला, लेट अस सी कि आ वाला पॉइंट अगर p है तो ਇਹਨੂੰ q मान ली जिथे एलिप्स ਨੂੰ ਕੱਟ ਕਰਦਾ। नो जिथे एलिप्स ਨੂੰ ਕੱਟ ਕਰਦਾ ਤੇ p ਤੇ q ਦਾ ਕਿਹੜਾ ਕੋਆਰਡੀਨੇਟ ਸੇਮ ਹੋਊਗਾ x ਕੇ y। हाँ जी, x कोऑर्डिनेट, तो ਜਿਹੜਾ x कोऑर्डिनेट p ਦਾ ਹੈ ਉਹੀ x कोऑर्डिनेट q ਦਾ ਹੋਊਗਾ। तो ਜਿਹੜਾ ਆਹ ਵਾਲਾ ਪੁਆਇੰਟ ਹੈ ਇਲਿਪਸ ਦੇ ਉੱਪਰ, ਇਹਦਾ x कोऑर्डिनेट ਕਿੰਨਾ ਹੋਊਗਾ a cos थीटा, y कोऑर्डिनेट ਕਿੰਨਾ ਹੈ ਉਹਨੂੰ y ਮੰਨ ਲਓ। तो ਹੁਣ ਆਹ ਵਾਲਾ ਜਿਹੜਾ ਪੁਆਇੰਟ ਹੈ a cos थीटा, y ਇਹ ਕਿਹਦੇ ਤੇ ਲਾਈ ਕਰਦਾ ਪੁੱਤਰ, ਇਹ ਇਲਿਪਸ ਦੀ ਇਕੁਏਸ਼ਨ ਨੂੰ ਸੈਟੀਸਫਾਈ ਕਰੇਗਾ, ਇਲਿਪਸ ਤੇ ਲਾਈ ਕਰੇਗਾ। तो जब ਤੁਸੀਂ ਆ a cos थीटा ਇੱਥੇ ਪੁੱਟ ਕਰੋਗੇ, ਇੱਥੋਂ y ਤੁਹਾਡਾ ਜਿਹੜਾ ਆ ਜਾਏਗਾ that will come out as b sin थीटा। ठीक है, तो ये इथों डराइव होया, तो देयरफॉर आ जिहड़ा पॉइंट है a cos थीटा कॉमा b sin थीटा, मैं थोड़ा जिहा क्लीयर करदा। ये इलिप्स के उपर तुसी कोई भी पॉइंट ले लिया, ये मैं सारा क्यों दस्या क्योंकि समटाइम्स बच्चों को की एप्रीहेंशन होती है कि सर a cos थीटा ते b sin थीटा इलिप्स से पॉइंट ले लिया तुसी। ठीक है, और अगर मैं पूछा बेटे एंगल थीटा की है, तो अगर किसी ने नहीं है डेरिवेशन पढ़ी तो यूजुअली यही कहेगा कि सर ज्वाइन कर दो जी दिस एंगल इज थीटा। तो क्लियरली यू कैन सी कि आ एंगल थीटा नहीं है, थीटा की है। तो इफ दिस पॉइंट इज a cos थीटा b sin थीटा, थीटा केड़ा एंगल है, जस्ट गो अप और डाउन वेयर इट मीट्स द ऑक्सिलरी सर्कल, बिल्कुल ऊपर आ गए इत्थे। इस पॉइंट नूं अगर ओरिजिन नाल ज्वाइन करांगे आ वाला एंगल थीटा है। ठीक है, तो आ एंगल थीटा नहीं है, मेक श्योर दैट। ठीक है, जस्ट एक डिटेल आ, आई डोंट थिंक कि क्वेश्चन के टर्म च पूछोगे, बट एक नॉलेज व्यू पॉइंट तो इनू याद रखो। क्लियर, तो एक तो आ चीज़ हो गई। दूजा जिहड़ा पी ते क्यू आ, पी आ वाला ते क्यू आ वाला, पी किहदे ते लाई करदा पुत्तर ऑक्सिलरी सर्कल ते, क्यू किहदे ते है इलिप्स ते। पी एंड क्यू आर कॉल्ड कॉरस्पॉन्डिंग पॉइंट्स, ये नोट कर लो। P point on auxiliary circle and Q point on ellipse, these two corresponding क्यों, क्योंकि बिल्कुल दोनों का x आ सेम है, these two are same। तो जब भी मैं कहां किते क्वेश्चन च कि corresponding point एक auxiliary circle ते लो ते एक ellipse ते की लेना है, a cos थीटा a sin थीटा सर्कल ते आ जाऊगा एंड a cos थीटा b sin थीटा ellipse ते आ जाऊगा। these two are called what, corresponding point। मतलब अगर आप थीटा ਨੂੰ ਚੇਂਜ ਕਰਾਂਗੇ ਤੇ ਕੀ ਹੋਊਗਾ, ਯੂ نو x ਦੋਨਾਂ ਦਾ ਐਵੇਂ मूव ਕਰੂਗਾ ਯੂ نو, ਕਿਉਂਕਿ ਦੋਨਾਂ ਦਾ x ਤੇ ਸੇਮ ਰਹਿਣਾ। तो थीटा घटावांगे इधर ਨੂੰ ਹੋਗਾ, ਵਧਾਵਾਂਗੇ इधर ਨੂੰ, ਇਦਾਂ ਦੋਨੋਂ corresponding point मूव करी जाने। सो ये चीज़ दिमाग च रखो। क्वेश्चन की पूछ सकते हैं कि चलो corresponding point ਕਿਹੜੇ है, बिल्कुल दोनों दे P ते Q आर एनी टू corresponding point। होर की पूछ सकते हैं कि
ਤੁਹਾਨੂੰ ਲਿਪਸ ਦੇ ਦੇਣਗੇ ਕੋਈ x²/4 + y²/3 = 1। ਇਹਦਾ ਆਕਸਿਲਰੀ ਸਰਕਲ ਕਿਹੜਾ ਹੈ? ਦੈਟ ਇਜ਼ x² + y² = a²। ਠੀਕ ਹੈ, a b ਤੋਂ ਵੱਡਾ ਤਾਂ ਇਹਦਾ ਆਕਸਿਲਰੀ ਸਰਕਲ ਹੈ। ਸੋ ਡਾਇਰੈਕਟ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ, ਸੋ ਡੈਫੀਨੇਸ਼ਨ ਯਾਦ ਹੋਵੇ। ਠੀਕ ਹੈ, ਨਾਓ let us move to the major part, that is equation of tangent and normal। so let us begin with tangent। तो tangent ਦੀਆਂ ਪੁੱਤਰ ਅਲੱਗ-ਅਲੱਗ ਫਾਰਮਸ ਆ ਐਂਡ ਮੇਕ ਸ਼ੋਰ ਕਿ ਜਿਹੜੀ ਆਪਾਂ ਥਿਓਰੀ ਪੜ੍ਹ ਰਹੇ ਆ ਟੇਂਜੈਂਟ ਦੀਆਂ ਜਿਹੜੀਆਂ ਫਾਰਮਸ ਕਰਨੀਆਂ ਤੇ ਨਾਰਮਲ ਦੀਆਂ ਇਹ ਚੰਗੀ ਤਰ੍ਹਾਂ ਯਾਦ ਹੋਣ। ਹਾਲਾਂਕਿ ਮੈਂ ਨਾਲ ਕਰਾਉਂਦੇ ਹੋਏ ਮੈਂ ਯਾਦ ਵੀ ਕਰਾ ਦੇਣੀ ਹੈ ਔਰ ਯੂ ਵਿਲ ਸੀ ਕੁਐਸਚਨ ਜਦ ਕਰਾਂਗੇ ਤੇ ਅਗਰ ਇਕੁਏਸ਼ਨਾਂ ਚੰਗੀ ਤਰ੍ਹਾਂ ਚੇਤੇ ਆ ਤੇ ਪ੍ਰੋਬਲਮ ਸੋਲਵਿੰਗ 'ਚ ਕੋਈ ਦਿੱਕਤ ਨਹੀਂ ਆਊਗੀ। ਠੀਕ ਹੈ, तो टेंजेंट ਦੀ ਪਹਿਲੀ ਫਾਰਮ ਵਿਚ ਯੂ ਹੈਵ ਆਲਰੇਡੀ ਡਨ ਕਿ ਅਗਰ ਲਿਪਸ ਹੈ ਲੈਟਸ सी, चलो स्टैंडर्ड ले लीजिए। तो पहला ले लो कि टेंजेंट एट द पॉइंट x1 y1। ठीक है, टेंजेंट किसी पॉइंट के ऊपर। हाँ जी दसो, पॉइंट पता है, एलिप्स पता है, टेंजेंट की इक्वेशन की होगी बिल्कुल t = 0। हाँ जी, x² की जगह x(x1) दैट इज x(x1/a² + y(y1/b² = 1 दैट यू हैव ऑलरेडी डन। ठीक है, तो अगर पॉइंट पता है तो टेंजेंट की इक्वेशन इज वेरी सिंपल, t = 0। सैकेंड ਜਿਹੜਾ ਹੁਣੇ ਹੀ ਪੜਿਆ दैट इज वेरी इंपॉर्टेंट, इक्वेशन याद होवे कि जब सानू पता लग गया कि कोई भी वेरीएबल पॉइंट, ठीक है, इलिप्स के उपर की ले सकते हैं पुत्र, एनी वेरीएबल पॉइंट थीटा कैन बी टेकन एज, हाँ जी, a cos थीटा एंड b sin थीटा। तो वेरी कॉमन ओके पूछ लेगा यार एनी टेंजेंट इज ड्रॉन एट एनी पॉइंट p। ठीक है, तो पॉइंट तो सानू पता है p, तो p पॉइंट ते अ वेरीएबल टेंजेंट जिहड़ा ਉਹਦੀ इक्वेशन मैं ड्राइव कर देना, अगे तो याद रखियो। हाँ जी, की होगी हुण तुहानू पॉइंट पता है, इक्वेशन पता लिप्स की, टेंजेंट की इक्वेशन एवें ही है, इत्थे x1 इज a cos थीटा, हाँ जी, x² की जगह x(x1), सो कितना हो गया x(x1) x * a cos थीटा by a² and y * b sin थीटा by b² इज इक्वल टू 1। ठीक है, कांस्टेंट कुछ नहीं कहना, तो आ कटा गया, बी ना बी कटा गया, इक्वेशन की आ गई x cos थीटा by a plus y sin theta by b equal to 1। this is the equation of tangent to the ellipse। हाँ जी, केड़ा स्टैंडर्ड ellipse at the point, केड़े पॉइंट ते, at the point a cos थीटा b sin थीटा। ठीक है, सो प्रॉब्लम दे अंदर जब भी क्वेश्चन होवे कि कंसीडर अ वेरीएबल पॉइंट या कंसीडर एनी पॉइंट, तो आ थोड़ा एनी पॉइंट हो गया और आ उस पॉइंट ते टेंजेंट हो गया, इक्वेशन याद होवे पुत्र। तो कोई लोकस वोकस का क्वेश्चन होएगा ना कि टेंजेंट एक वेरीएबल टेंजेंट है, तो ठीक है, तुहानू पता लग गया कि आ टेंजेंट की इक्वेशन है, आ वेरीएबल पॉइंट है, आ उहदे टेंजेंट है, तो लोकस वगैरह है तो तुसी आड़ा वेरीएबल है विच इज़ नथिंग बट थीटा, उन्होंने तुसी एलिमिनेट कर दोगे। ठीक है, तो बट इक्वेशन याद रखो, दिस इज द इक्वेशन ऑफ टेंजेंट टू द एलिप्स, स्टैंडर्ड एलिप्स एट दिस पॉइंट x cos थीटा by a, हाँ जी, मगर बोलो x cos थीटा by a plus y sin थीटा by b equal to 1। is that clear? So this is the equation of tangent at any point theta to this ellipse, right? so equation याद हो गई और उसके बाद थीटा की सी मैं एक बार पूछ ला, थीटा इज कॉल्ड व्हाट, इसेंट्रिक एंगल। क्लियर? तो पॉइंट ऑफ कॉन्टैक्ट भी तुहानू पता है वाला पी पॉइंट ते, तो क्वेश्चन च मैं बार बार रिपीट कर रहा सो दैट तुहानू क्वेश्चन करन लग्या दिक्कत ना होवे कि जब भी कहे कि टेंजेंट एट एनी वेरिएबल पॉइंट तां आ ले लिया, टेंजेंट एट दिस पॉइंट है ना, अब पॉइंट पता है तो टेंजेंट की इक्वेशन आ ले ली, राइट। तो कोई लोकस का क्वेश्चन है तो टेंजेंट आ ले लिया तो थीटा नू एलिमिनेट करता। क्लियर? ओके, नाउ तीजी चीज़ अगेन ये तुसी ऑलरेडी पढ़ी हुई है, बट लेट मी अगेन रिमाइंड कि इक्वेशन ऑफ टेंजेंट टू द एलिप्स ऑफ स्लोप m स्लोप दा टेंजेंट। हाँ जी, याद कराओ की हुंदा m स्लोप दा टेंजेंट हुंदा y = mx plus minus under root of a² m² plus b²। so this line is always tangent to the standard ellipse
whose slope is equal to m। ਇਹ ਮੈਂ ਪੂਰਾ ਇੱਕ ਵੀਡੀਓ ਜਾਂ ਕਪਲ ਆਫ ਵੀਡੀਓਜ਼ ਕੀਤੀਆਂ ਸੀ ਕਿ m ਸਲੋਪ ਦੇ ਟੈਂਜੈਂਟ ਦੇ ਯੂਜ਼ਸ, ਠੀਕ ਹੈ, ਉਹ ਯੂ ਮਸਟ ਵਾਚ ਦੋਸ। ਉਹ 'ਚ ਇਹਨੂੰ ਆਪਾਂ ਐਕਸਪਲੋਰ ਕੀਤਾ ਸੀ ਕਿ ਅਗਰ ਆਪਾਂ ਨੂੰ ਸਲੋਪ ਪਤਾ ਹੋਵੇ ਸਿੱਧਾ ਇੱਥੇ m ਰੱਖੋ ਤੇ ਟੈਂਜੈਂਟ ਦੀ ਇਕੁਏਸ਼ਨ ਕੱਢ ਸਕਦੇ ਹੋ, ਠੀਕ ਹੈ। ਪਲੱਸ ਮਾਈਨਸ ਕਿਉਂ ਦੱਸਿਆ? ਕਿਉਂਕਿ ਸੇਮ ਸਲੋਪ ਦੇ ਦੋ ਟੈਂਜੈਂਟ ਹੋਣਗੇ, ਇੱਕ ਇੱਧਰ ਪੈਰਲਲ, ਕਲੀਅਰ। ਔਰ ਮੈਂ ਪੁਆਇੰਟ ਆਫ ਕੰਟੈਕਟ ਵੀ ਯਾਦ ਕਰਾਇਆ ਸੀ, ਉਹ ਤੁਸੀਂ ਪੂਰੀ ਵੀਡੀਓ ਮੈਂ ਆਲਰੇਡੀ ਕਹਿ ਚੁੱਕਿਆ, ਉਹਦੇ 'ਚ ਤੁਸੀਂ ਇੱਕ ਵਾਰ ਐਕਸਪਲੋਰ ਕਰ ਲਿਓ। that was in case you want to revise RC, ਠੀਕ ਹੈ। ਇਹ ਪਲੱਸ ਮਾਈਨਸ ਐਟਸੈਟਰਾ ਕਿਹੜਾ ਲੈਣਾ ਕਿਹੜਾ ਨਹੀਂ ਲੈਣਾ ਉਹ ਤੁਸੀਂ ਉਸ ਲੈਕਚਰ 'ਚ ਵੇਖ ਸਕਦੇ ਹੋ। ਬਟ ਇਸ ਇਕੁਏਸ਼ਨ ਦਾ ਯੂਜ਼ ਜ਼ਿਆਦਾ ਕੀ ਹੁੰਦਾ ਜੇ ਸਲੋਪ ਦੇ ਰਿਲੇਟਡ ਕੁਐਸਚਨ ਹੋਵੇ, ਠੀਕ ਹੈ, ਟੈਂਜੈਂਟ ਦੀ ਸਲੋਪ ਦੇ ਬਾਰੇ। तो आ टेंजेंट आ लाइन हमेशा ਨੂੰ टच करेगी फॉर एवरी वैल्यू ऑफ m चेंज करी जाओगे ये लाइन बदली जाएगी बट ये लाइन हमेशा इनू टेंजेंट ही रहेगी, ठीक है। जिदा ऊपर वाली इक्वेशन थीटा चेंज करी जाओगे लाइन चेंज करी जाएगी है ना, बट ये लाइन हमेशा ਨੂੰ टेंजेंट रहेगी। जिवें थीटा ਤੁਸੀਂ ਲੱਛੇ 45 डिग्री रखा तो थीटा 45 ਤੇ ਆ टेंजेंट आ जाएगा, ठीक है। 120 डिग्री रखा तो आ वाली लाइन आ जाएगी एंड सो ऑन। तो आ लाइन भी हमेशा टेंजेंट है, एम स्लोप वाली भी हमेशा टेंजेंट है। सिर्फ ये है कि जब यूज़ करनी है कद आ वाली यूज़ करी दी है कद जब स्लोप के रिलेटेड प्रॉब्लम हो कोई भी, इनू वरतो। वेरीएबल पॉइंट कोई दिता है इलिप्स के उपर, ठीक है, उस पॉइंट के उपर टेंजेंट चाहिए है तो तुसी इनू वरत सकते हो। लोकस का क्वेश्चन है जो कोई तो थीटा खत्म करांगे क्योंकि थीटा चेंज करांगे टेंजेंट चेंज करूगा। जे आ वाली इक्वेशन लई है तो क्लीयरली एम नू एलिमिनेट करांगे, वेरी सिंपल, ठीक है। सो दैट वाज द थर्ड पॉइंट एंड फोर्थ पॉइंट अगेन आप ऑलरेडी ड्राइव कर चुके हैं एम स्लोप वाली वीडियो मैं रिजल्ट लिखवा देना। दैट इज डायरेक्टर सर्कल। डायरेक्टर सर्कल की हुंदा पुत्र, इट इज द लोकस of point of intersection of two perpendicular tangents, ठीक है, locus of point of intersection of two perpendicular tangents। तो standard ellipse ਦਾ director circle ਅਸੀਂ ਡਰਾਈਵ ਕੀਤਾ ਸੀ ਉਹ ਕੀ ਆਉਂਦਾ that for this ellipse, ठीक है, ये ਆਪਾਂ m slope वाले टेंजेंट की इक्वेशन च आप सारा कर चुके हैं। इसका डायरेक्टर सर्कल की होता है एक्स स्क्वायर प्लस वाई स्क्वायर इक्वल टू ए स्क्वायर प्लस बी स्क्वायर, ठीक है। तो एक सर्कल आया सेंटर 0 0 रेडियस अंडर रूट ऑफ ए स्क्वायर प्लस बी स्क्वायर। एक सर्कल वाला आया, ये सर्कल किहो जिहा सर्कल है पुत्र, इस सर्कल के उपर कोई भी पॉइंट लोगे दो टेंजेंट ड्रॉ करोगे तो एंगल कितना आएगा टेंजेंट च 90 डिग्री, मतलब जिवें पैराबोला च डायरेक्ट्रिक्स होंदा है, ठीक है। और अगर आप डायरेक्टर सर्कल के अंदर इलिप्स के बाहर इस रीजन च कोई पॉइंट लवांगे एंगल बिटवीन द टेंजेंट्स इज गोइंग टू बी ऑब्ट्यूज, ठीक है। और डायरेक्टर सर्कल तो कोई बाहर पॉइंट लवांगे दो टेंजेंट ड्रा करांगे तो एंगल इज गोइंग टू बी एक्यूट। तो ये चीज़ याद रखो, ठीक है। मतलब इस सर्कल के अलावा कोई पॉइंट लवांगे तो टेंजेंट च एंगल 90 डिग्री नहीं आना, बिकॉज दिस इज द लोकस ऑफ टू परपेंडिकुलर टेंजेंट्स इंटरसेक्शन। तो ये ऊपर कोई पॉइंट लोगे यू ड्रॉ द टेंजेंट्स एंगल विल बी 90 डिग्रीज, ठीक है। ओके ये हो गया। तो दिस इज द इक्वेशन ऑफ टेंजेंट सारियां आप कर लियां इन टर्म्स ऑफ तो चलो पहले ही पढ़िया सी, नवी चीज़ की है याद होवे, ठीक है, एट एनी वेरिएबल पॉइंट थीटा और एम स्लोप दी, ठीक है, टेंजेंट इक्वेशन। ओके पहला आप इक्वेशन लिख लीए दैन वी कैन सॉल्व प्रॉब्लम्स। हुण नॉर्मल ते आ जाओ, ठीक है, नॉर्मल टू इलिप्स। बस इक्वेशन च नहीं गलती करनी, गलती यही होंगी कि इक्वेशन च कभी इक्वेशन ही गलत लिख ली, बिकॉज अगे आप हाइपरबोला की इक्वेशन पढ़नी है, सम टाइम न्याणे मिक्स कर देंगे। तो जस्ट रिमेंबर द इक्वेशन टेंजेंट की केड़ी है नॉर्मल की केड़ी है, ठीक है। ओके चलो नॉर्मल पहली लिख लो एट द पॉइंट x1 y1, एट द पॉइंट x1 y1 x1 y1 ते टेंजेंट नॉर्मल। नॉर्मल की होंगे टेंजेंट के परपेंडिकुलर लाइन एट द पॉइंट ऑफ कॉन्टैक्ट दिस,
ਇਹਦੀ ਗੱਲ ਆਪਾਂ ਕਰ ਰਹੇ ਹਾਂ। ਤੋ ਡਰਾਈਵ ਬੜੇ ਆਰਾਮ ਨਾਲ ਕਰ ਸਕਦੇ ਹਾਂ। ਕਿੱਦਾਂ? x1, y1 ਤੇ ਟੇਂਜੈਂਟ ਦੀ ਇਕੁਏਸ਼ਨ ਆਪਾਂ ਉੱਪਰ ਲਿਖੀ, ਉੱਤੋਂ ਟੇਂਜੈਂਟ ਦੀ ਸਲੋਪ ਆ ਗਈ, ਸਲੋਪ ਆ ਗਈ ਤੇ ਨਾਰਮਲ ਦੀ ਸਲੋਪ ਆ ਜਾਏਗੀ ਨੈਗੇਟਿਵ ਰੈਸੀਪ੍ਰੋਕਲ। ਨਾਰਮਲ ਦੀ ਸਲੋਪ ਆ ਗਈ, ਪੁਆਇੰਟ ਪਤਾ ਹੈ ਵਾਲਾ, ਤੇ ਤੁਸੀਂ ਇਸ ਲਾਈਨ ਦੀ ਇਕੁਏਸ਼ਨ ਲਿਖ ਸਕਦੇ ਹੋ। ਉਹ ਇਕੁਏਸ਼ਨ ਕੀ ਆਊਗੀ? याद करने का तरीका सीख लो। इक्वेशन ऑफ नॉर्मल एट द पॉइंट x1 y1 would come out as x minus x1 by x1 into a square is equal to y minus y1 by y1 into b square। ਤੁਸੀਂ ਡਰਾਈਵ ਕਰਿਓ, ਯੂ ਵਿਲ ਸੀ ਕਿ ਆ ਇਕੁਏਸ਼ਨ ਆ ਜਾਏਗੀ। ਸੋ ਅੱਗੇ ਤੋਂ ਅਗਰ ਤੁਹਾਨੂੰ ਇਲਿਪਸ ਦੇ ਉੱਪਰ ਪੁਆਇੰਟ ਪਤਾ ਹੈ ਕੋਈ, ਮਤਲਬ x1 ਤੇ y1, ਆ x1 ਤੇ y1 ਉਹ ਇੱਥੇ ਰੱਖੋ, a ਸਕੁਆਇਰ ਤੇ b ਸਕੁਆਇਰ ਤੁਹਾਨੂੰ ਇਲਿਪਸ ਦੀ ਇਕੁਏਸ਼ਨ ਤੋਂ ਆ ਜਾਣਗੇ। ਠੀਕ ਹੈ, ਤੋ ਤੁਸੀਂ ਨਾਰਮਲ ਦੀ ਇਕੁਏਸ਼ਨ ਕੱਢ ਲਓਗੇ ਐਟ ਦ ਪੁਆਇੰਟ x1, y1। ਇਜ਼ ਦੈਟ ਕਲੀਅਰ? ਤੋ ਕੁਐਸਚਨ ਕਰਾਂਗੇ ਜਦ ਵੀ ਕਿਤੇ ਉਹ ਕਵੇ ਕਿ ਨਾਰਮਲ ਐਟ ਦਿਸ ਪੁਆਇੰਟ ਐਟ 3, 4 ਐਟ 5, 6 ਔਰ ਐਟ ਦਿਸ ਪੁਆਇੰਟ ਜਾਂ ਐਟ ਐਨੀ ਵੇਰੀਏਬਲ ਪੁਆਇੰਟ ਥੀਟਾ, ਤਾਂ ਤੁਹਾਨੂੰ x1 ਪਤਾ ਲੱਗ ਗਿਆ, y1 ਪਤਾ ਲੱਗ ਗਿਆ, ਇੱਥੇ ਪਲੱਗ ਇਨ ਕਰੋ, ਤੁਹਾਡੇ ਕੋਲ ਨਾਰਮਲ ਦੀ ਇਕੁਏਸ਼ਨ ਆ ਜਾਏਗੀ। ਕਲੀਅਰ? ਐਂਡ ਅਗਰ ਸੈਕਿੰਡ ਜਿਹੜਾ ਇੰਪੋਰਟੈਂਟ ਹੈ, ਦੇਖੋ ਯਾਦ ਤੇ ਸਾਰੀਆਂ ਹੋਣ, ਰਾਈਟ। ਸੈਕਿੰਡ ਕੀ ਹੈ ਕਿ ਨਾਰਮਲ ਐਟ ਪੁਆਇੰਟ ਥੀਟਾ। ਠੀਕ ਹੈ, ਐਟ ਪੁਆਇੰਟ थीटा, थीटा मतलब a cos थीटा and b sin थीटा। सो नॉर्मल एट एनी पॉइंट थीटा, हाँ जी, वो की होगा? मैं इतने x1 की जगह रख दूंगा a cos थीटा, y1 की जगह रख दूंगा हाँ जी b sin थीटा। तो इक्वेशन थोड़ी आऊगी आ वाली ax by cos थीटा माइनस by sin थीटा इक्वल टू a स्क्वायर माइनस b स्क्वायर। याद होवे, दिस इज द इक्वेशन ऑफ नॉर्मल एट एनी पॉइंट थीटा। एदी इक्वेशन है नॉर्मल दी, अगर आ पॉइंट थीटा है मतलब a cos थीटा एंड b sin थीटा। ठीक है, अगर आप 1 बाय cos ਨੂੰ ਸੀਕੈਂਟ ਲਿਖ ਲਈਏ ਤਾਂ ਜਾਂ ਇਦਾਂ ਵੀ ਕਹਿ ਸਕਦੇ ax secant थीटा minus by cosecant थीटा is equal to a square minus b square। that is the equation of normal at any variable point theta। ठीक है, सो अगेन कोई जब क्वेश्चन स्टार्ट हो गया इदा दा कि कंसीडर अ पॉइंट p any point p on this ellipse, तो तुसी p आ ले लिया, एंड कंसीडर अ नॉर्मल ऑन दैट, तो तुसी आ नॉर्मल ले लिया। ठीक है, अगेन कोई फिर अगे लोकस वोकस का क्वेश्चन है तो वेरिएबल की है पुत्र थीटा, थीटा चेंज करेगा, थीटा चेंज करेगा, थीटा तुसी खत्म कर दो, एलिमिनेट कर दो तो तुसी लोकस कट सकते हो। इज दैट क्लियर? तो दिस इज सो आ दो ज़्यादा वरतियाँ जानिए इक्वेशन। तो अगर पॉइंट ही पता है कोई स्टैंडर्ड कोई 2, 3, 4, 5 है ना, नॉर्मल कड्डो, बस x1 y1 रखो इत्थे, नॉर्मल दी इक्वेशन कर लो। और अगर नॉर्मल एट एनी जनरल पॉइंट कहता तो वी कैन टेक इट लाइक दिस, राइट। थर्ड नॉट सो पॉपुलर बट लिख लो। तीजा है कि नॉर्मल ऑफ स्लोप m। थर्ड कि अगर वो कहे नॉर्मल चाहिए m स्लोप का, ठीक है, मतलब तुहानू स्लोप पता है, अच्छे इदा अगर m पता है तो नॉर्मल ड्रॉ करना है। तो क्लियरली m स्लोप दे ना, सेम स्लोप दे दो पैरेलल नॉर्मल बनने, एक इधर एक सिमेट्रिकली इधर बनेगा। ठीक है, तो नॉर्मल दी क्वेश्चन लिख लो y इक्वल टू mx माइनस प्लस a स्क्वायर माइनस b स्क्वायर, हाँ जी a स्क्वायर प्लस b स्क्वायर m स्क्वायर, ਇੱਥੇ ਵੀ m ਆਊਗਾ। ਹਾਂ, ਸੋ ਆ ਤੁਹਾਡੇ ਕੋ m ਸਲੋਪ ਦੇ ਨਾਰਮਲ ਦੀ ਇਕੁਏਸ਼ਨ ਹੈ। ਮਤਲਬ ਅਗਰ ਤੁਹਾਨੂੰ ਇਲਿਪਸ ਪਤਾ ਹੈ ਤੇ a ਸਕੁਆਇਰ b ਸਕੁਆਇਰ ਤੋਂ ਇਲਿਪਸ ਦੀ ਇਕੁਏਸ਼ਨ ਤੋਂ ਆ ਜਾਣੇ। m ਨਾਰਮਲ ਦੀ ਸਲੋਪ ਹੈ, ਤੁਸੀਂ m ਇੱਥੇ ਰੱਖੋਗੇ, a ਸਕੁਆਇਰ b ਸਕੁਆਇਰ ਰੱਖੋਗੇ, ਤੁਹਾਡੇ ਕੋ ਦੋਨੋਂ ਨਾਰਮਲ ਆ ਜਾਣਗੇ m ਸਲੋਪ ਦੇ। ਔਰ ਕਿਹੜੇ ਪੁਆਇੰਟ ਤੇ ਹੈ ਪੁਆਇੰਟ ਆਫ ਕੰਟੈਕਟ, ਉਹ ਲਿਖ ਲਓ ਐਟ प्लस माइनस ए स्क्वायर बाय टेंजेंट च भी ਇਹੋ ਜਿਹਾ ਸੀ ਕੁਛ, बट नॉट एग्जैक्टली सेम। ठीक है, तो प्लस माइनस, सो जिदा मैं ऑलरेडी कहा कि घट क्वेश्चन आते बट अगर याद होवे तो वधिया गल है। ठीक है, तो अगर तुहानू अगेन अगर m पता है तो
ए स्क्वायर बी स्क्वायर लिप्स तो पता है तो ਤੁਸੀਂ ਨਾਰਮਲ ਦੀ ਇਕੁਏਸ਼ਨ ਕੱਢ ਸਕਦੇ ਹੋ ਰਾਈਟ ਤੇ ਕਿਹੜੇ ਪੁਆਇੰਟ ਤੇ ਹੈ ਤੁਸੀਂ ਇੱਥੋਂ ਆ ਕੱਢ ਲਓਗੇ ਠੀਕ ਹੈ ਸੋ ਇਹਦਾ ਇਹ ਸਿੰਗਲ ਮੋਸਟ ਆਹੀ ਯੂਜ਼ ਹੈ ਅਦਰਵਾਈਜ਼ ਅਸੀਂ ਆ ਦੋਨਾਂ ਇਕੁਏਸ਼ਨ ਤੇ ਜ਼ਿਆਦਾ ਫੋਕਸ ਕਰਾਂਗੇ ਕੁਐਸਚਨ ਵੀ ਇਹਨਾਂ ਦੇ ਜ਼ਿਆਦਾ ਆਉਂਦੇ ਆ ਅਗਰ ਡਾਇਰੈਕਟਲੀ ਹੋਵੇ ਕਿਸੇ ਪੁਆਇੰਟ ਤੇ ਨਾਰਮਲ ਤੇ ਆ ਵਾਲੀ ਵਰਤਾਂਗੇ ਹਨਾ ਐਟ ਸਮ ਪੁਆਇੰਟ ਔਰ ਅਗਰ ਵੇਰੀਏਬਲ ਪੁਆਇੰਟ ਤੇ ਹੈ at any point there then we will use this ठीक है अच्छा यदि एक एग्जांपल कर लिए बिफोर वी स्टार्ट कि मैं कहा एक्स स्क्वायर बाय 16 ellipse है क्वेश्चन इज फाइंड आउट द इक्वेशन ऑफ नॉर्मल टू दिस ellipse which is parallel to this line ठीक है एस ellipse ਤੇ एस लाइन ਦੇ parallel नॉर्मल लिखना है ठीक है ਹੁਣ क्लियरली ए स्क्वायर ਤੁਹਾਨੂੰ पता लग गया ए स्क्वायर है 16 बी स्क्वायर है 9 और स्लोप कितनी है ਇਹਦੀ स्लोप है पुत्र 1 तो ਇਹਦਾ मतलब नॉर्मल ਦੀ स्लोप भी 1 आ गई तो m भी ਤੁਹਾਨੂੰ लग गया पता तो a स्क्वायर b स्क्वायर m पता है जस्ट प्लग इन देयर तो y इक्वल टू हाँ जी m1 है माइनस प्लस हाँ जी a स्क्वायर माइनस b स्क्वायर सो दैट इज इक्वल टू 7 m इज 1 अंडर रूट ऑफ हाँ जी इतने m1 है पुत्र आ 1 आ गया 16 प्लस 9 25 इतने नीचे आ जाऊगा 5 सो 7/5 आ थोड़े को दो नॉर्मल आ गए एक आ गया y इक्वल टू x माइनस 7/5 एंड y इक्वल टू x प्लस 7/5 ठीक है एक इधर ते एक इधर और पॉइंट ऑफ कंटैक्ट ਲੱਭ ਲਓ ਇੱਥੇ ਹੁਣ ਕਲੀਅਰਲੀ ਜਿਹੜਾ ਆ ਵਾਲਾ ਹੋਊਗਾ ਉਹਦੇ ਚ ਜਿਹੜਾ ਆ ਵਾਲਾ ਪੁਆਇੰਟ ਹੈ ਇਹਦਾ x ਤੇ y ਕੋਆਰਡੀਨੇਟ ਦੋਨੋਂ ਪੋਜ਼ਿਟਿਵ ਹੋਣੇ ਆ ਠੀਕ ਹੈ ਬਿਕਾਜ਼ ਪੋਜ਼ਿਟਿਵ ਸਲੋਪ ਦਾ ਨਾਰਮਲ ਹੈ ਔਰ ਇਹਦੇ ਚ x ਤੇ y ਨੈਗੇਟਿਵ ਆਣੇ ਆ ਤੁਸੀਂ m ਪੁੱਟ ਕਰੋ a ਸਕੁਅਰ b ਸਕੁਅਰ ਪੁੱਟ ਕਰੋ ਯੂ ਕੈਨ ਗੈਟ ਦ ਟੂ ਪੁਆਇੰਟਸ ਜਿਹੜੇ ਪੁਆਇੰਟ ਤੇ ਇਹ ਨਾਰਮਲ ਹੈ ਇਜ਼ ਦੈਟ ਕਲੀਅਰ ਸੋ ਇਹ ਦਾ ਯੂਜ਼ ਹੈ ਸੋ ਲੈਟ ਅਸ ਮੂਵ ਟੂ ਦ ਪ੍ਰੋਬਲਮਸ ਟੈਂਜੈਂਟ ਤੇ ਨਾਰਮਲ ਦੀਆਂ